ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ। ਸੁਣ ਜੋਗੀ ਬਿਸਮੈ ਭਇਓ, ਬਾਣੀ ਸੁਦਾ ਸਮਾਨ। ਪੁਨੇ ਪ੍ਰਸ਼ਨ ਕੀਨਸ ਭਲੇ, ਨਿਰਣੈ ਕਰਨ ਮਹਾਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸੁਣ ਜੋਗੀ ਬਿਸਮੈ ਭਇਓ, ਬਾਣੀ ਸੁਦਾ ਸਮਾਨ। ਪੁਨੇ ਪ੍ਰਸ਼ਨ ਕੀਨਸ ਭਲੇ, ਨਿਰਣੈ ਕਰਨ ਮਹਾਨ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 36 ਸ਼ੁਰੂ ਕਰਦਿਆਂ ਹੋਏ ਲਿਖਦੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਜੋਗੀ ਨੇ ਸਵਾਲ ਪੁੱਛੇ ਕਿ ਜੇ ਰੱਬ ਇੱਕ ਹੈ, ਆਤਮਾ ਇੱਕ ਹੈ, ਸਾਰਿਆਂ ਦੇ ਵਿੱਚ ਹੈ, ਤੇ ਫਿਰ ਸਾਰੇ ਤੋਂ ਵੱਖ ਕਿਵੇਂ ਹੈ? ਉਸ ਬ੍ਰਹਮ ਨੂੰ ਜਾਣੀਏ ਕਿਵੇਂ? ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਰੇ ਪ੍ਰਸ਼ਨਾਂ ਦੇ ਜਦੋਂ ਜਵਾਬ ਦਿੱਤੇ, ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜੋਗੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਬਾਣੀ ਸੁਣ ਕੇ ਬੜਾ ਪ੍ਰਸੰਨ ਹੋਇਆ ਕਿ ਸਵਾਲਾਂ ਦੇ ਜਵਾਬ ਜਿਹੜੇ ਨੇ ਸੱਚਮੁੱਚ ਧੰਨ ਗੁਰੂ ਅਰਜਨ ਦੇਵ ਜੀ ਹੀ ਦੇ ਸਕਦੇ ਸਨ। ਔਰ ਫਿਰ ਨਿਰਣਾ ਕਰਨ ਵਾਸਤੇ ਜੋਗੀ ਨੇ ਇੱਕ ਸਵਾਲ ਹੋਰ ਕੀਤਾ, ਕੌਣ ਬਾਦ ਕਰ ਬ੍ਰਹਮ ਸਿੱਧ ਕੀਐ, ਜਿਸ ਤੇ ਸਰਬ ਪ੍ਰਪੰਚ ਦ੍ਰਿਸ਼ਟ ਥੀਐ। ਕਿ ਸਤਿਗੁਰੂ ਜੀ ਕਿਰਪਾ ਕਰਕੇ ਇਹ ਵੀ ਦੱਸੋ, ਸਮਝਾਓ ਕਿ ਉਹ ਕਿਹੜਾ ਵਾਦ, ਕਿਹੜਾ ਵਿਵਾਦ ਹੈ ਕਿ ਜਿਹਦੇ ਨਾਲ ਬ੍ਰਹਮ ਸਿੱਧ ਕੀਤਾ ਹੈ, ਜਿਸ ਤੋਂ ਸਾਰੇ ਪ੍ਰਪੰਚ ਇਹ ਚੱਲਦੇ ਨੇ, ਜਾਂ ਜੋ ਕੁਛ ਨਜ਼ਰ ਆ ਰਿਹਾ ਉਹਦੇ ਚਲਾਏ ਹੋਏ ਸਾਰੇ ਪ੍ਰਪੰਚ ਨੇ। ਕੰਚਨ ਭੂਖਣ ਕੋ ਦ੍ਰਿਸ਼ਟਾਂਤ, ਵਾਦ ਪ੍ਰਣਾਮ ਭਲੋ ਬਖਿਆਤ। ਸਤਿਗੁਰੂ ਜੀ ਸੋਨੇ ਦਾ ਤੇ ਸੋਨੇ ਦੇ ਗਹਿਣੇ ਦਾ ਦ੍ਰਿਸ਼ਟਾਂਤ ਇਹ ਤਾਂ ਬੜਾ ਸੋਹਣਾ ਆਪ ਜੀ ਨੇ ਦਿੱਤਾ ਹੈ, ਪਰ ਇਹ ਰੂਪ ਜਿਹੜਾ ਬਦਲਣ ਵਾਲਾ ਵੀ ਹੈ, ਕਿਉਂਕਿ ਸੋਨਾ ਭਾਵੇਂ ਉਹੀ ਹੈ, ਅੱਗੋਂ ਗਹਿਣੇ ਘੜੀਏ ਰੂਪ ਬਦਲ ਜਾਂਦਾ ਹੈ। ਹੇਮ ਪ੍ਰਮਾਣਿਓ ਨਿਜ ਆਕਾਰ, ਕੰਚਨ ਕੁੰਡਲਾਦ ਲੰਕਾਰ। ਕਿ ਸਤਿਗੁਰੂ ਜੀ ਸੋਨੇ ਨੇ ਆਪਣਾ ਰੂਪ ਹੀ ਬਦਲਿਆ ਨਾ, ਕਿਤੇ ਉਹ ਹਾਰ ਬਣ ਗਿਆ, ਕਿਤੇ ਕੜਾ ਬਣ ਗਿਆ, ਕਿਤੇ ਕੁੰਡਲ ਬਣ ਗਿਆ। ਬ੍ਰਹਮ ਪ੍ਰਣਮ ਹੋਤ ਪਾਤ ਐਸੇ, ਜਗਤ ਚਰਾਚਰ ਉਪਜੋ ਐਸੇ। ਤੇ ਸਤਿਗੁਰੂ ਜੀ ਉਹ ਬ੍ਰਹਮ ਵੀ, ਰੱਬ ਵੀ ਉਸੇ ਤਰ੍ਹਾਂ ਹੀ ਆਪਣਾ ਰੂਪ ਬਦਲਣ ਵਾਲਾ ਹੈ ਨਾ। ਇਹ ਜੋ ਕੁਛ ਨਜ਼ਰ ਆ ਰਿਹਾ ਸਾਰਾ ਉਹਦਾ ਹੀ ਰੂਪ ਹੈ। ਜਗਤ ਵਿੱਚ ਜਿੰਨੇ ਵੀ ਚੇਤਨ ਨੇ ਜਾਂ ਜੜ ਨੇ, ਜੋ ਵੀ ਕੁਛ ਉਹਨੇ ਪੈਦਾ ਕੀਤਾ ਉਹਦਾ ਹੀ ਰੂਪ ਹੈ। ਜਿਸ ਮਾਇਆ ਕੋ ਆਪ ਬਤਾਵੋ, ਸੋ ਝੂਠੇ ਕਹਿ ਸੱਚ ਜਣਾਵੋ। ਤੇ ਸਤਿਗੁਰੂ ਜੀ ਜਿਹੜੀ ਮਾਇਆ ਦੀ ਗੱਲ ਤੁਸੀਂ ਦੱਸਦੇ ਹੋ
वो माया झूठी है, वो झूठी है कि सच्ची है? क्योंकि रब दी माया है, रब दी बनाई हुई, फिर कृपा करके ये भी समझाओ कि सच्ची है कि झूठी है। ब्रह्म स्वरूप बिलोक्यो कैसे, सूखम ते सूखम कहे ऐसे। सतगुरु जी आप जी ने ब्रह्म दा स्वरूप जिहड़ा किवें वेखिया, उस बारे तो कहते हैं कि वो बहुत ही सूक्ष्म तो भी सूक्ष्म है, जिहड़ा अखां नाल देखे नहीं जा सकता। उस स्वरूप नूं आप जी ने किवें देखिया। महापुरख जोगी ते सुन कै, उत्तर देन सतगुरु गुण कै। हुण जदों इस जोगी ने ये सवाल किया कि सतगुरु जी वो ब्रह्म जां वो रब, वो जिन्हों तुसीं अकाल पुरख कहते हो, वो तो बरीक ही इन्ना सूक्ष्म ही इन्ना कि देखे नहीं जा सकता। उसनों आप जी ने किवें देखिया? तो धन गुरु अर्जन देव महाराज जी ने उत्थे उत्तर दिता, विवर्त वाद यह हेम ने कहियो, दृष्ट प्रपंच ब्रह्म ते लहियो। सतगुरु कहते हैं असी ये जिहड़ा विवाद नहीं, ये ज्ञान है, इनू ज्ञान किया जाता है, अर्थात ब्रह्म का सत्य है, जिहड़ा रब सत्य है। कहते उस तो जगत पैदा होया है। ये ज्ञान दे नाल, ब्रह्म ज्ञान दे नाल होर कुछ नहीं किया जा सकता कि कदों तो पैदा होया, पर यह जरूर कहा जा सकता कि उसे तो ही पैदा होया। पूरे धन गुरु नानक देव सच्चे पातशाह जी ने पावन बचन बाणी विच समझाए भी ने कि जदों किसी ने कह दिता ब्रह्मा ने पैदा किया, किसी ने मान लिया कि विष्णु रोजी देने वाला है, शिव जी मारन वाला है। धन गुरु नानक देव सच्चे पातशाह जी ने उत्थे जिहड़े पावन बचन कहे कि पैदा करने वाला इक्को ही है, वही रोजी देने वाला है, वही मारन वाला है। तो सवाल उदों भी पैदा होया सी कि कदों तो पैदा किया। ये भावें साइंस अज भी खोज करती है, पर धन गुरु नानक देव सच्चे पातशाह जी ने वचन कहे सन कि संसार कदों तो पैदा होया, भई ये असी नहीं जानते, कोई भी नहीं जानता। ये ब्रह्मा जी वर्गे वड्डे वड्डे जानने का यत्न किया, पर कोई नहीं जान सकता। पर हाँ, किवें पैदा होया, रब तो पैदा होया, ये जरूर लगता है कि सब तो पहलों जदों हवा भी नहीं सी, दिन भी नहीं सी, रात भी नहीं सी, सूरज चंद्रमा कुछ नहीं सी, उदों रब ने सब तो पहलों हवा पैदा की। हवा तो पानी बनया, तो पानी तो संसार बनया। साचे ते पवना पाया, पवने ते जल होए, जल ते त्रिभवन साजिया, घट घट जोत समोए। ये सृष्टि धन गुरु नानक साहब जी कहते हैं पैदा तो इवें हुई लगती है, पर कदों तो हुई ये कोई नहीं जानता। हुण सतगुरु धन गुरु अर्जन देव महाराज जी कहते हैं होर कुछ तो ब्रह्म बारे नहीं जापता, कुछ क्या नहीं जा सकता, क्योंकि वो कथन तो बाहर है। जथा रजू ते श्रप उपजनता, पे आदक ते कंप उठनता। ते बाकी भुलेखे ने, जिवें रात विच रस्सी का भुलेखा पैंदा कि सप है, तो सप करके पे आदक ते कंप उठनता, बंदा कंप उठता है, सप आ गया, सप आ गया, रौला भी पाउंदा है। पर जदों किते वो भरम दूर होवे, कोई सियाणा लाइट जगाए तो पता लगता नहीं, ये तो भुलेखा है, सप नहीं रस्सी है। ये संसार बिल्कुल इस तरह का भुलेखा पैंदा है कि सच है, पर है उस रस्सी ते सप की तरह झूठ ही। तैसे ब्रह्म ते जग एह दिखा, हरक सोग ते तिसे सरीखा। बस सतगुरु जी कहते ने तैसे ब्रह्म ते जग एह दिखा। बस असी रब की कृपा नाल इस तरह संसार को वेख लिया, इस तरह रब को वेख लिया। क्योंकि संसार एक रस्सी है, पर बंदा इनू सप समझदा है नहीं समझता है। और गुरु की कृपा नाल असी वेख लिया, हरक सोग ते तिसे सिक्का। उसनों असी इक्को समान देखिया कि जिहड़ा हरक सोग तो बिल्कुल न्यारा है, साडे विच है। और ये अवस्था असल विच बनती हुंदी है। भावें सतगुरु के बचन तो आप पढ़ लेने हाँ कि जुगनार दुख मैं दुख नहीं मानना, क्योंकि पढ़ना ही है ना जी, सुनना ही सुन लिया, पढ़ लिया, सौखा है।
पर दुख दे विच कोई दुख ना मन्ने ये कोई विरला है। करोड़ां विचों एक कहना कोई बड़ी वड्डी गल होएगी, पर गुरु साहब जी कहंदे ने हैन विरले। ना ही घने फैल फक्कड़ संसार हैन अज भी ने, और कोई ना कोई तो हुंदा ही है। सतगुरु जी कहंदे ने बिना ज्ञान ते मिटे जो नाही, सदा संसकत दुख सुख माही। ते ये जिहड़ा भुलेखा है ना रस्सी ते सप वर्गा, कि रब है कि ते उत्ते है कि साडे विच है कि सारिਆਂ दे विच है कि नहीं है, भुलेखा ही है ना। तो गुरु साहब जी कहते हैं गुरु तो बिना ज्ञान तो बिना ये भुलेखा कदे मिटता नहीं। तो जदों शंके रह जाते हैं बस शंकिया करके फिर दुख ते सुख ये व्यापदा है। जन्म अनेकन मह बिरमावत, उच्चा नीचा बहुत प्रभावत। बस ये भुलेखा ऐसा पैंदा कि फिर अनेकां जन्मां दे विच भटकदा है, उच्चे नीवें भरमां दे विच पिया रहिंदा है। वाद प्रणाम अपर विद मानो, रूप दूत ते दद होए जानो। हुण सतगुरु जी कहंदे ने कि मुनि जी जोगी जी एक सौखी जी उदाहरण समझ लो कि रब ते रब दी बनाई हुई सृष्टि, कला मनुख नहीं, रब ने जो भी पैदा किया है कहते वो इस तरह है जिवें दुध तो दही बनता है। दुध होएगा तो दही बनेगा, पर बनया तो दुध का। कहते दध ते बहुर दुग्ध होए नाहे, पूरब रूप नाश पाता है। हुण वो दुध तो दही ते बन जाता है। ये रब परमेश्वर ने शरीर बनाए, समझ लो दुध तो दही बना दिता। शरीरां ने नाश हो जाना है, ये दोबारे नहीं बनने। कहते जिमें दुध तो दही बन जाता, पर दही तो दोबारे परत के दुध कदे नहीं बनता। ये तो दृष्टांत है ना। वैसे सतगुरु जी ने पावन बचन बाणी दे विच कहे ने कि दुनिया के लोगों भी भुलेखा है, पहलों है ही मक्खन बाद विच दुध है। पहले मक्खन पाछे दूध। और आप सारे जानने कि दुध होएगा तो जाग लावांगे मक्खन तां निकलेगा। पर सतगुरु जी कहते भाई नहीं, पहलों है ही मक्खन सी। ते किवें? उदाहरण समझिए, हुण माँ दे कोल जदों बच्चा नहीं, वो चाहे कोई पशु है चाहे कोई स्त्री है, उदों दुध भी नहीं, पर है तो अंदर ही सी ना। वो जिहड़ा मक्खन की तरह जम्मिया होया सी, बच्चे का जन्म होया, कोई दुध पिघल के मक्खन पिघल के उदों दुध बन गया। पर इत्थे समझाउण वास्ते कि एक बारी मक्खन बनया होवे, दही बनया होवे तो दोबारे परत के वो दुध नहीं बनता। सतगुरु जी कहते हैं बस रब इस तरह है। ये परमात्मा ने दही की तरह ये बनतर बनाई है, ये दोबारे तो परत के नहीं बनती। पर हाटक होए ना ऐसी भांत, भूखण मह स्वरूप दरसात। पर सोना इस तरह का नहीं। सोने की उदाहरण दे दी, सोना इस तरह का नहीं कि सोना जिमें दा पहलों से गहने बनाए होर तरह बन गए, उन्होंने जो पिघलावांगे फिर उस तरह का रहना है, क्योंकि वो खरा है। बस रब उस सोने की तरह खरा है। रब की जोत सारिਆਂ दे विच है और वो सोने की तरह है। कहते बिन से अलंकार आकार, पूर्व रूप हेम ते धार। जदों गहना अपना आकार स्वरूप अपना छड्ड दिंदा है, पिघल जाता है, बस वो पहला रूप सोने का बनता है। माया कर ब्रह्म ते जग भासा, जिम बाजी कर घेर तमाशा। सतगुरु कहते बस रब की माया इस तरह की है। ब्रह्म तो पैदा हुई लगती है और ब्रह्म ने ही पैदा की है रब दी। और गुरु साहब ने पावन बचन गुरु ग्रंथ साहब विच ते ये भी कहे ने कि ये माया शक्तिशाली क्यों है, क्योंकि रब की परछाई है। महामाया ताकि है छाया, ये रब दे ही परछाई है। और बहुत की कह लिया हर थां ते धर्म के अस्थान ते जदों भी कथा होएगी, एक रब दी होएगी, दूजी माया दी होएगी। बस ना माया समझ विच आई ना रब समझ विच आया, क्योंकि रब दी ही परछाई है। कहते माया कर ब्रह्म ते जग भासा,
जिम बाजीगर केर तमाशा, बस ये माया भी रब की बनाई हुई और उस तरह की है जिवें बाजीगर का तमाशा है। होए विनाश जबै अज्ञान, नह पुन रह ब्रह्म बिन आन। पर यह माया का भुलेखा उदों तक है जदों तक अंदर ज्ञान नहीं। होए विनाश जबै अज्ञान, जदों अज्ञानता का नाश हो गया, ज्ञान आ गया, तो फिर समझ पैनी कि नहीं रब तो बिना तो कुछ भी नहीं। तो जे रब तो बिना कुछ भी नहीं, रब तो बिना कोई भी नहीं, फिर माड़ा किनू कहिए, माड़ा बोल किनू बोलीए, फिर लुटीए किनू। क्योंकि जदों तक अज्ञान है उदों तक लगता कि रब किते होर है। नह असत्या नह सत्या सो माया, सत्या सत पे नह बन आया। सतगुरु जी कहते हैं बस रब की माया इस तरह की है, ना ये झूठ है ना ये सच है। ना झूठ ना सच माया। नह असत्य नह सत्या सो माया। इनू ना बिल्कुल झूठ कहा जा सकता है ना सच कहा जा सकता है। क्योंकि जो अखां नाल नज़र आ रहा है तो सच ना कोई। मेरे सामने तुसी बैठे हो सच है, मैं कथा कर रहा तुसी सुन रहे हो वेख रहे हो सत है। पर झूठ उदों है कि इन्हें रहना कोई नहीं। सतगुरु कहते हैं बस रब की माया इस तरह की, ना इनू सत कह सकने हाँ ना ये झूठ ही है। अंत पाए उपजे जब ज्ञान, पर जदों अंदर वो ब्रह्म का ज्ञान आ जाए फिर इस गल की समझ लगती कि रब तो बिना है ही कुछ नहीं। सतगुर ते के सुनबे उपदेश, हते अविद्या सहत कलेश। हुण कहते सतगुरु तो ये उपदेश सुन के, जिथे जोगी सुनता है उत्थे गुरु के सिख भी सुनते हैं। सतगुरु के सुनबे उपदेश, सतगुरु कहते हैं भाई गुरु का उपदेश सुन करके ना हते अविद्या, हते का भाव के मार देना, अज्ञान नूं मार देईदा है तो कलेश खत्म हो जाते हैं, अज्ञान खत्म हो जाता है। ब्रह्मात्मा पूर्ण जोए, विषय न किस इंद्र कब होए। सतगुरु कहते हैं ब्रह्म आत्मा ये पूर्ण है। ब्रह्म ते आत्मा दोवें, क्योंकि ब्रह्म आत्मा एक दूजे तो वखरे नहीं, रब आत्मा एक ही है। आत्मा रब का रूप है और आत्मा एक ही है। ये भावें कहा जाता है कि फलाने की आत्मा किधर आ गई, नहीं सतगुरु जी समझाते हैं भाई जे रब एक है आत्मा भी एक है। ना रब का कदे नाश है ना आत्मा का नाश है। विषय ना किस इंद्रिया कब होए, क्योंकि ये इंद्रियां का इसा विषय नहीं इनू जानना, ये विषय ज्ञान का है। दिखिया ना अंकण, सुनिया ना कानी, ये जो ब्रह्म है या आत्मा है ये अखां दे नाल नहीं वेखी जा सकती, कन्नां दे नाल सुनिया नहीं जा सकता। हृदय लखे प्रज्ञा ते ज्ञानी, पर जेड़े ज्ञानवान ने जिन्होंने ब्रह्म का ज्ञान हो जाता वो अपने हिरदे अंदरों वेख लेंदे ने, क्योंकि बाहर नहीं अपने अंदरों ही वेखते हैं। कहते इंद्रै विषय ना कर मन, जिन मन को विषय करत मन, इन सबन को। हुण सतगुरु जी उपदेश देंदे ने कि भाई जिन्हां ने ज्ञान इंद्रियां नूं रोकिया, क्योंकि ये ज्ञान इंद्रियां का तो विषय नहीं, कईयां ने ज्ञान इंद्रिय रोक ले, पर विषय करत मन इन सबन को। मन इन्हां सारा विषयों तो भी परे है और ये ज्ञान का या मन का विषय नहीं रब नूं जानना। तेवें मन विषय ब्रह्म न होए, सबन को सत्ता दे सोए। इस तरह जिहड़ा मन है असल में वो ब्रह्म नहीं। कई रोकते इस करके नहीं शायद मन ही ब्रह्म है, पर मन ब्रह्म नहीं। ब्रह्म वही है जिहड़ा सारे नूं समृद्धता बख्शिश करता और जिहड़ा सारे नूं ज्ञान बख्शता है, जिहड़ा ज्ञान सब दे अंदर है। गुरबाग को लख्यो प्रतापा, जिसके सुनत मोह सब खापा। हुण सतगुरु जी के बचनों नूं जोगी ने भी सुनिया, गुरु के सिखा ने भी सुनिया। ते जिसको सुनत मोहे सब खापा, जेड़े बचनों नूं सुन के सारे अंदर दे मोह, अंदर दे परम, अंदर दे भुलेखे खत्म हो जाते हैं। कहते उस जोगे दे अंदर भी सारे परम भुलेखे खत्म होए।
नम्र भयो चरणन सिर धरियो, अपनो ज्ञान निवेदन करियो। कहते जोगी बड़ा सनिम्र होया, सतगुरु के चरणों से अपना सिर रखिया, तो फिर बड़े ज्ञान के नाल ते बड़ी भावना श्रद्धा के नाल गुरु साहब को फिर बेनती की। अब मोको निश्चा दृढ़ भयो, उतो जान बो जान सुलयो। हुणे जोगी कहंदा सतगुरु जी हुण मेरा निश्चा पक्का हो गया है कि जेड़ा जानन जोग से रब ब्रह्म परमेश्वर उसनूं जान लिया है। देखो ये सवाल बड़ा डूंगा सी, और जेड़े इहदे बारे जानते हैं सवाल उही कर सकते हैं, और इन्हां गल्लां दी सचमुच समझ भी उन्हां नूं ही पैंदी है जेड़े इस पासे किते थोड़ा बहुत तुरे ने। क्योंकि सानूं लगदा होना कि कल 3-4 दिन हो गए कि पता नहीं कथा किवें दी, क्योंकि बहुती समझ विच आउण वाली नहीं, और सारिਆਂ दे समझ विच आउंदी नहीं। हकीकत यही है, सीधी साखी चलती होवे समझ विच छेती आउंदी, पर ज्ञान दीयां गल्लां ने। पर जोगी नूं ये समझ आ गई, उन्हें हाथ जोड़ के कहा कि सतगुरु जी अब मोको निश्चा दृढ़ भयो, हुतो जान बो जान सुलयो। तुम करना ते संशय नासे, प्राप्त चेतन आनंद रासे। सतगुरु जी तुहाडी किरपा दे नाल सारे शंके दूर हो गए ने। वो चेतन आनंद जिहड़ा प्रभु परमात्मा है, बस उनकी समझ लग गई कि सब दे विच है। जेड़े इन असल विच अंदर ये संशय सन, ये जोगी उन्हां तो मुक्ति चाहुंदा सी। ते भावें ने शुरू विच दस्सिया मेरा गुरु वो जिहड़ा बड़ा समर्थ सी, भूत भविख दे सारे जानन वाला सी, पर जदों मुक्ति की गल आई कि मुक्ति चाहिए, इन्हां वहमां तो भरमां तो ये प्रश्नां दे उत्तर चाहिए ने, तो उन्हें भी कह दिता कि समा आएगा, गुरु अर्जन देव जी आउणगे, आप रब होणगे कि तेरे प्रश्नां तो उत्तर भी वो देणगे ते मुक्ति भी वही दे सकते हैं। अब शरीर मैं त्यागण करहूँ, जीयत रहो न है काज विचरहूँ। ते सतगुरु जी हुण मैं चाहुंदा, वो किरपा तुसीं कर दित्ती, मुक्ति शंक्या तो मिल गई, तो हुण मैं मुक्ति शरीर तो भी चाहुंदा, क्योंकि हुण जिउण दा होर मेरा कोई मकसद नहीं, कोई कारण नहीं। 1.5-2 जुग शरीर नूं बचा के रखे इस करके कि आप जी के दर्शन करने ने, आप जी के बचनों नाल मुक्ति होनी है। तो जिथे शंका तो मुक्ति मिली, हुण किरपा करो मैं शरीर तो भी मुक्ति चाहुंदा। जो करतब सो मैं कर लीनस, तुमने पूर कामना कीनस। इस शरीर का जिहड़ा मनोरथ सी, भावें शरीर नूं 1.5-2 जुग मैं बचा के इस करके रखिया, पर अज तुहाडी किरपा नाल वो शरीर का प्रयोजन, शरीर का जिहड़ा मनोरथ सी, वो तुहाडी किरपा नाल पूरा हो गया है। तुसीं मेरे मन की कामना पूरी कर दी है। सुन सिरे गुर ने बहुत सन्माना, धन धन तुम बड़ बुधवाना। सतगुरु जी ने सुन के जोगी का बड़ा सन्मान किया, कहते जोगी जी धन हो, बड़े विद्वान हो, क्योंकि जिहड़े सवाल किए ने आम लोगों ने इन्हां सवालों के बारे पता ही नहीं, पता होए तो सवाल को करे। दर्शन देहो रहो हित करिए, नाना जग में है एक न हरिए। सतगुरु कहते ने जोगी जी किरपा करो, जे ब्रह्म दे तुहानूं समझ लग गई रब सब दे विच है, तो कुछ दिन होर रवो, दर्शन दो। नाना जग में एक न हरिए, ये अनेकां तरह का जग रब ने बनाया है। हुण सारिਆਂ दे विच एक रब नूं चंगी तरह देखो तुसीं। लोकन पर उपकार तुम्हारा, देखत पापन हरे बिकारा। ते जोगी जी लोगों तो भी तुहाडा परोपकार होएगा, तुहानूं वेख के तुहाडे दर्शन करके उन्हां दे अंदर दे विकार भी भजणगे, उन्हां दे अंदर दी अज्ञानता भी दूर होएगी। परे सुमग प्राप्त कल्याना, जीव मलीन पूत होए नाना। सतगुरु कहते हैं भी तुहाडे तो एक प्रेरणा मिलेगी, लोगों को सीधे तो सोहने सरल रस्ते ते पैणगे, उन्हां दा भी कल्याण होएगा, मन की मलीन भावना अंदरों खत्म होएगी।
ਸੁਣ ਸਤਿਗੁਰ ਤੇ ਮ੍ਰਿਦਲ ਸੁਹਾਏ, ਪੁਨ ਜੋਗੀ ਨੇ ਬਾਕ ਸੁਣਾਏ। ਔਰ ਸਤਿਗੁਰੂ ਜੀ ਦੇ ਇਹ ਅੰਮ੍ਰਿਤ ਦੇ ਨਾਲ ਭਰੇ ਹੋਏ ਬੋਲ ਸੁਣ ਕੇ ਜੋਗੀ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਕਹਿਣ ਲੱਗਿਆ, ਨਰਨ ਉਦਾਹਰਣ ਤੁਮਰੇ ਹੱਥ, ਅਪਰ ਕਿਸੂ ਮਹਿ ਨਹਿ ਸਮਰੱਥ। ਸਤਿਗੁਰੂ ਜੀ, ਜਿੱਥੇ ਲੋਕਾਂ ਦਾ ਕਲਿਆਣ ਕਰਨ ਦੀ ਗੱਲ ਹੈ, ਲੋਕਾਂ ਦਾ ਭਲਾ ਕਰਨ ਦੀ ਗੱਲ ਹੈ, ਉਹ ਤਾਂ ਸਿਰਫ ਤੁਹਾਡੇ ਹੱਥ ਵਿੱਚ ਹੈ। ਕਿਉਂਕਿ ਮੇਰਾ ਤੇ ਆਪਣਾ ਹੀ ਕਲਿਆਣ ਨਹੀਂ ਹੋਇਆ, 1.5-2 ਯੁੱਗ ਪਿਛਲੇ ਯੁੱਗ ਦਾ ਬੈਠਾ ਹੋਇਆ ਸਿਰਫ ਇਸੇ ਕਰਕੇ ਕਲਿਆਣ ਹੋ ਜੇ। ਇਹ ਹੋਰ ਕਿਸੇ ਦੇ ਹੱਥ ਵਿੱਚ ਵੀ ਨਹੀਂ, ਹੋਰ ਕੋਈ ਸਮਰੱਥ ਵੀ ਨਹੀਂ ਕਿ ਲੋਕਾਂ ਦਾ ਕੋਈ ਭਲਾ ਕਰ ਸਕੇ। ਹੁਣ ਇਹ ਜੋਗੀ ਨੇ ਹੱਥ ਜੋੜ ਕੇ ਉੱਥੇ ਬੇਨਤੀ ਕਰਕੇ ਕਿਹਾ ਕਿ ਇਸ ਹਿੱਤ ਰਾਵਰ ਨੇ ਤਨ ਧਾਰਿਓ, ਸਤਨਾਮ ਸਿਮਰਨ ਵਿਸਥਾਰਿਓ। ਹੇ ਸਤਿਗੁਰੂ ਜੀ, ਤੁਸੀਂ ਆਪ ਬ੍ਰਹਮ ਹੋ। ਹੇ ਹਜ਼ੂਰ ਸਤਿਗੁਰੂ ਜੀ, ਤੁਸੀਂ ਤਾਂ ਸਰੀਰ ਇਸੇ ਕਰਕੇ ਧਾਰਨ ਕੀਤਾ ਹੈ ਕਿ ਲੋਕਾਂ ਦਾ ਉਧਾਰ ਕਰਨਾ, ਸਤਨਾਮ ਦਾ ਸਿਮਰਨ ਜਿਹੜਾ ਹੈ ਉਹ ਸੰਸਾਰ ਵਿੱਚ ਦ੍ਰਿੜ ਕਰਵਾਉਣਾ ਹੈ, ਵਿਸਥਾਰ ਕਰਨਾ ਹੈ। ਇਮ ਸਭ ਜਗ ਕੋ ਭਾਰ ਜੇ ਧਰਨੋ, ਤੁਮ ਬਿਨ ਅਪਰ ਕੌਣ ਇਮ ਕਰਨੋ। ਸਤਿਗੁਰੂ ਜੀ, ਸਾਰੇ ਸੰਸਾਰ ਦਾ ਜੇ ਕੋਈ ਭਾਰ ਚੁੱਕ ਸਕਦਾ, ਉਸ ਭਾਰ ਨੂੰ ਹੌਲਾ ਕਰ ਸਕਦਾ, ਉਹ ਕੇਵਲ ਆਪ ਹੋ। ਤੁਮ ਬਿਨ ਅਪਰ ਕੌਣ ਇਮ ਕਰਨੋ, ਤੁਹਾਡੇ ਤੋਂ ਬਿਨਾਂ ਦੂਜਾ ਵੀ ਕੌਣ ਕਰ ਸਕਦਾ ਹੈ। ਮੁਝ ਕੋ ਆਇਸ ਦੇਹੁ ਸਮਾਵੋ, ਰਹਿਬੇ ਕੋ ਨਾ ਸੰਕਲਪ ਉਠਾਵੋ। ਇਸ ਕਰਕੇ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਕਿਉਂਕਿ ਸਰੀਰ ਵਿੱਚ ਬੜਾ ਲੰਮਾ ਸਮਾਂ ਰਿਹਾ ਹਾਂ। ਹੁਣ ਮੈਂ ਤਨ ਨੂੰ ਛੱਡ ਕੇ ਸਮਾ ਜਾਣਾ ਚਾਹੁੰਦਾ ਹਾਂ। ਅੱਬੇ ਕਿਰਪਾ ਇਸ ਵਿਦ ਕੇ ਕਰੋ, ਜਿਸ ਤੇ ਆਪਣ ਤਨ ਪਰਹਰ। ਹੁਣ ਸਤਿਗੁਰੂ ਜੀ ਮੇਰੇ ਤੇ ਇਵੇਂ ਦੀ ਕਿਰਪਾ ਕਰੋ ਕਿ ਮੈਂ ਆਪਣੇ ਤਨ ਨੂੰ ਛੱਡ ਜਾਵਾਂ। ਦਿਲ ਨਿਸ਼ਚਾ ਜੋਗੀ ਕੋ ਜਾਨਾ, ਸ੍ਰੀ ਅਰਜਨ ਬਿਕਸੰਤ ਬਖਾਨਾ। ਜਦੋਂ ਜੋਗੀ ਦਾ ਨਿਸ਼ਚਾ ਗੁਰੂ ਸਾਹਿਬ ਨੇ ਜਾਣਿਆ ਕਿ ਹੁਣ ਇਹ ਸਰੀਰ ਸੱਚਮੁੱਚ ਛੱਡਣਾ ਹੀ ਚਾਹੁੰਦਾ ਹੈ, ਤੇ ਗੁਰੂ ਸਾਹਿਬ ਜੀ ਹੱਸ ਕੇ ਫਿਰ ਬਚਨ ਕੀਤੇ, ਕਰੋ ਜਥਾ ਅਭਿਲਾਖ ਤੁਮਾਰੀ, ਜਿਮ ਉਚਰੋ ਤਿਮ ਹਮ ਅਨੁਸਾਰੀ। ਸਤਿਗੁਰੂ ਕਹਿੰਦੇ ਫਿਰ ਜੋਗੀ ਜੀ, ਜਿਵੇਂ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਕਰੋ, ਅਸੀਂ ਤੁਹਾਡੇ ਮੁਤਾਬਕ ਹਾਂ। ਤਨ ਨੂੰ ਤਿਆਗਣਾ ਹੈ ਤੇ ਗੁਰੂ ਭਲਾ ਕਰੇ ਫਿਰ ਛੱਡ ਜਾਓ। ਪੁਨ ਬੁੱਢੇ ਸੋ ਗੁਰੂ ਬਖਾਨੀ, ਜਿਮ ਇਹ ਜੋਗੀ ਭਾਖੈ ਬਾਨੀ। ਕੋਲ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਔਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭਾਈ ਬੁੱਢਾ ਜੀ, ਇਹ ਜੋਗੀ ਜੀ ਹੁਣ ਜਿਵੇਂ ਕਹਿੰਦੇ ਨੇ ਫਿਰ ਉਵੇਂ ਕਰੋ। ਤਿਮ ਤੁਮ ਸੰਗ ਹੋਏ ਕਰ ਕਰੀਏ, ਪੁਰਸ਼ੋਤਮ ਆਇਸ ਅਨੁਸਰੀਏ। ਜੋਗੀ ਜੀ ਨੇ ਸਰੀਰ ਛੱਡਣਾ ਹੈ, ਜਿਵੇਂ ਜਿਵੇਂ ਇਹ ਕਹਿੰਦੇ ਨੇ ਤੁਸੀਂ ਇਹਨਾਂ ਦੇ ਨਾਲ ਰਹੋ, ਉਵੇਂ ਕਰਦੇ ਜਾਓ, ਕਰਾਉਂਦੇ ਜਾਓ ਸਿੱਖਾਂ ਤੋਂ। ਹੁਕਮ ਪਾਏ ਸਤਿਗੁਰ ਕੋ ਖਲੇ, ਅਵਲੋਕੇ ਲਖ ਪਾਵਨ ਭਲੇ। ਸਤਿਗੁਰੂ ਜੀ ਦਾ ਹੁਕਮ ਸੁਣਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨਮਸਕਾਰ ਕਰਕੇ ਹੱਥ ਜੋੜ ਕੇ ਉੱਠ ਕੇ ਖਲੋ ਗਏ। ਉਤੇ ਜੇ ਲੋਕ ਫਿਰਤ ਚਹੁ ਪਾਸੇ, ਗਮਨਤ ਭਏ ਮਿਲੇ ਨਰ ਰਾਸੇ। ਤੇ ਚਾਰੇ ਪਾਸੇ ਲੋਕ, ਕਿਉਂਕਿ ਬੜੀ ਭੀੜ ਲੱਗੀ ਸੀ, ਜੋਗੀ ਨਿਕਲਿਆ, ਜੋਗੀ ਨਿਕਲਿਆ, ਇਹ ਬਹੁਤ ਦੂਰ ਤੱਕ ਖਬਰ ਫੈਲ ਗਈ ਸੀ। ਸਾਰੇ ਲੋਕ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਵੀ ਕਰਦੇ ਨੇ, ਔਰ ਜੋਗੀ ਦੇ ਦਰਸ਼ਨ ਵੀ ਕਰ ਰਹੇ ਨੇ, ਦੇਖ ਵੀ ਰਹੇ ਨੇ। ਨਿਕਸਿਓ ਜੋਗੀ ਸੁਣ ਸੁਣ ਧਾਏ, ਕਰਿਓ ਬਲੋਕਨ ਮਨ ਬਿਸਮਾਏ। ਪਿੰਡਾਂ ਤੋਂ ਅਗਲੇ ਪਿੰਡਾਂ ਤੱਕ ਜਿਵੇਂ ਜਿਵੇਂ ਖਬਰ ਮਿਲਦੀ ਗਈ ਇੱਕ ਦੂਜੇ ਤੋਂ ਕਿ ਜੋਗੀ ਨਿਕਲਿਆ, ਜੋਗੀ ਨਿਕਲਿਆ, ਇਹ ਸੁਣਦਿਆਂ ਨਾਲ ਕਹਿੰਦੇ ਘਰਾਂ ਤੋਂ ਧਾ ਕੇ ਭੱਜ ਭੱਜ ਕੇ ਲੋਕ ਆਏ। ਔਰ ਲੋਕ ਜਿਹੜੇ ਨੇ ਜੋਗੀ ਨੂੰ ਵੇਖ ਕੇ ਹੈਰਾਨ ਵੀ ਬੜੇ ਪਰ ਖੁਸ਼ ਵੀ ਬੜੇ। ਚਿਰੰਕਾਲ ਕੇ ਯਾਰ ਬਲਾ ਜਿਹੇ, ਅਚਰਜ ਇਸ ਯੁੱਗ ਮਹਿ ਦੇਖੇ ਤੇ। ਲੋਕ ਆਪਸ ਵਿੱਚ ਹੈਰਾਨ ਹੋ ਕੇ ਗੱਲਾਂ ਕਰਦੇ ਨੇ ਕਿ ਏਡੀ ਵੱਡੀ ਉਮਰ, ਪਿਛਲੇ ਯੁੱਗ ਦਾ ਦੁਆਪਰ ਦਾ ਬੈਠਾ ਹੋਇਆ, ਤੇ ਬੜੀ ਹੈਰਾਨ ਵਾਲੀ ਗੱਲ ਸੀ, ਇਸ ਯੁੱਗ ਦੇ ਵਿੱਚ ਬਾਹਰ ਨਿਕਲਿਆ ਹੈ। ਧਾਏ ਤਾਏ ਹਰਖੇ ਬਿਸਮਾਵੇਂ, ਅਪਰ ਅਪਰ ਕੋ ਕਰੇ ਬੁਝਾਵੇਂ। ਕਹਿੰਦੇ ਇਸ ਤਰ੍ਹਾਂ ਭੱਜ ਭੱਜ ਕੇ ਹੈਰਾਨ ਹੁੰਦੇ ਨੇ, ਨਾਲੇ ਇੱਕ ਦੂਜੇ ਨੂੰ ਦੱਸਦੇ ਨੇ।
पूर्वले जुग को तन यह है, दीर्घता सब अंगण लह है। एक दूजे ਨੂੰ ਦੱਸਦੇ ਨੇ ਕਿ ਪਿਛਲੇ ਯੁੱਗ ਦਾ ਸਰੀਰ ਹੈ ਔਰ ਬਹੁਤ ਵੱਡੀ ਉਮਰ ਇਹਨੇ ਭੋਗੀ ਹੈ, ਬਹੁਤ ਵੱਡਾ ਸਰੀਰ, ਜਿਹੜੇ ਬਹੁਤ ਕਿ ਯੁੱਗ ਪਿਛਲਾ ਯੁੱਗ ਕਈ ਹਜ਼ਾਰ ਸਾਲ ਸਰੀਰ ਨੂੰ ਇਹਨੇ ਬਚਾ ਕੇ ਰੱਖਿਆ ਹੈ। ਪਰਮ ਬ੍ਰਿਧ ਮੁਖ ਵਰਣ ਦਿਪਾਵਤ, ਸੇਤ ਸਮਸ਼ਰ ਕੇਸ ਸੁਹਾਵਤ। ਲੋਕ ਕਹਿੰਦੇ ਨੇ ਦੇਖੋ ਬਜ਼ੁਰਗ ਬਹੁਤ ਹੈ, ਸਾਰੇ ਕੇਸ ਚਿੱਟੇ ਨੇ, ਬਜ਼ੁਰਗ ਬਹੁਤ ਹੈ, ਪਰ ਚਿਹਰੇ 'ਤੇ ਫਿਰ ਵੀ ਜਿਹੜਾ ਚਿਹਰਾ ਹੈ ਅੱਗ ਦੇ ਵਾਂਗ, ਸੂਰਜ ਦੇ ਵਾਂਗ ਚਮਕਾ ਮਾਰਦਾ ਹੈ। ਨਿਕਸ ਵਹਿਰ ਸਭ ਮੈਂ ਥਿਰ ਹੋਵਾ, ਦੇਖਿਓ ਜੋਗੀ ਸਭਨ ਖਰੋਵਾ। ਉਰੇ ਸੁਣ ਕੇ ਆਏ ਕਿ ਜੋਗੀ ਨਿਕਲਿਆ, ਸਾਰਿਆਂ ਦੇ ਵਿੱਚ ਆ ਕੇ ਬੈਠਾ ਹੋਇਆ ਹੈ। ਦੇਖਿਓ ਜੋਗੀ ਸਭਨ ਖਰੋਵਾ, ਸਾਰਿਆਂ ਨੂੰ ਜੋਗੀ ਹੁਣ ਉੱਠ ਕੇ ਖਲੋਤਾ ਹੈ ਕਿ ਸਰੀਰ ਨੂੰ ਛੱਡਣਾ। ਸਾਰੇ ਨੇ ਦੇਖਿਆ। ਕਹਿ ਇਹ ਥਾਨ ਪਨੀਤ ਮਹਾਨਾ, ਜੋ ਸੇ ਮੈਂ ਨਾਰ ਆਨ ਸੁਜਾਨਾ। ਕਹਿੰਦੇ ਸਨ ਲੋਕ ਕਿ ਇਹ ਬਹੁਤ ਪਵਿੱਤਰ ਥਾਂ ਹੈ ਜਿੱਥੋਂ ਜੋਗੀ ਨਿਕਲਿਆ, ਅਤੇ ਥਾਂ ਕਿੱਡੇ ਕੁ ਪਵਿੱਤਰ ਹੈ ਇਹ, ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਆਪ ਸੇਵਾ ਕਰਾਉਂਦੇ ਨੇ ਔਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜੋਗੀ ਪਿਛਲੇ ਯੁੱਗ ਤੋਂ ਬੈਠਾ ਹੋਇਆ ਹੈ। ਇਹ ਥਾਂ ਹੀ ਬੜੀ ਭਾਗਾਂ ਵਾਲੀ ਹੈ। ਜੋ ਨਰ ਜੋ ਸੇਵੈ ਨਰ ਆਰ ਸੁਜਾਨਾ। ਇਸ ਥਾਂ 'ਤੇ ਆ ਕੇ ਜਿਹੜਾ ਗੁਰੂ ਸਾਹਿਬ ਨੂੰ ਸਿਮਰੇਗਾ ਸਿਆਣਾ ਸਿੱਖ, ਸਰਦਾ ਧਰੇ ਬੰਦਨਾ ਠਾਨ, ਸਤਨਾਮ ਸਿਮਰੇ ਗੁਣ ਗਾਨ। ਔਰ ਸ਼ਰਧਾ ਧਰ ਕੇ ਜਿਹੜਾ ਕੋਈ ਇੱਥੇ ਆ ਕੇ ਨਮਸਕਾਰ ਕਰੇਗਾ, ਮਨ ਚਿਤ ਹੋ ਕੇ ਜਿਹੜਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੇਗਾ। ਇਸ ਤਲ ਕੀਜੇ ਤਾਲ ਵਿਸਾਲਾ, ਮੱਜਤ ਤਿਆਗੇ ਪਾਪ ਕਰਾਲਾ। ਗੁਰੂ ਸਾਹਿਬ ਨੇ ਤਾਂ ਹੀ ਇਸ ਥਾਂ 'ਤੇ ਇਹ ਸਰੋਵਰ ਬਣਾਇਆ ਹੈ ਕਿ ਇਹ ਸਰੋਵਰ ਬਣਿਆ, ਇੱਥੇ ਸਿੱਖ ਆ ਕੇ ਇਸ਼ਨਾਨ ਕਰੇਗਾ, ਪਾਪਾਂ ਦਾ ਨਾਸ ਹੋਏਗਾ। ਨਾਸਤ ਹੈ ਸਭ ਮਨ ਕੋ ਦੋਸ਼, ਪ੍ਰਾਪਤ ਹੋਵੇ ਇਹ ਸੰਤੋਖ। ਸਾਰੇ ਮਨ ਦੇ ਦੋਸ਼ ਦੂਰ ਹੋਣਗੇ ਔਰ ਇਸ ਸਰੋਵਰ ਦਾ ਨਾਂ ਹੀ ਸੰਤੋਖ ਸਰ ਹੈ। ਇੱਥੇ ਭਾਵਨਾ ਨਾਲ ਜਿਹੜਾ ਸ਼ਰਧਾ ਕਰੇਗਾ ਸੱਚਮੁੱਚ ਉਹਨਾਂ ਨੂੰ ਸੰਤੋਖ ਮਿਲੇਗਾ। ਨੰਮਰ ਥਾਨ ਪੁਨ ਕਹਿ ਖਨਵਾਇਓ, ਬੈਠ ਬੇਜ ਸਭ ਪੌਣ ਚੜ੍ਹਾਇਓ। ਕਹਿੰਦੇ ਉਹ ਜੋਗੀ ਨੇ, ਹੁਣ ਬਾਬਾ ਬੁੱਢਾ ਸਾਹਿਬ ਜੀ ਨਾਲ ਸਨ, ਸਿੱਖ ਨਾਲ ਸਨ। ਜੋਗੀ ਨੇ ਕਿਹਾ ਕਿ ਥਾਂ ਥੋੜ੍ਹਾ ਡੂੰਘਾ ਪੱਟੋ, ਜਿਵੇਂ ਸਮਾਧ ਪੱਟੀ ਦੀ ਹੈ, ਕਹਿੰਦੇ ਡੂੰਘੀ ਥਾਂ ਪੱਟੀ। ਜੋਗੀ ਉਸ ਥਾਂ ਦੇ ਵਿੱਚ ਬੈਠ ਗਿਆ ਹੈ। ਉਹਨੇ ਫਿਰ ਆਪਣੇ ਸਵਾਸ ਚੜ੍ਹਾਏ। ਦਸਵੇਂ ਦਵਾਰ ਜੋਰ ਕੋ ਪਾਵਾ, ਬ੍ਰਹਮ ਰੰਦਰ ਕੋ ਫਿਰ ਕਰਾਵਾ। ਸਵਾਸ ਉਹਨੇ 10ਵੇਂ ਦਵਾਰ ਦੇ ਵਿੱਚ ਚੜ੍ਹਾ ਲਏ ਔਰ ਸਵਾਸ ਚੜ੍ਹਾਉਣ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਨੂੰ ਕਹਿ ਗਏ ਕਿ ਜਦੋਂ ਸਵਾਸ ਰੁਕ ਜਾਣ ਉੱਤੇ ਮਿੱਟੀ ਪਾ ਦਿਓ। ਤਬ ਸਭ ਲੋਕਣ ਫੁੱਲ ਬਸਾਏ, ਜੈ ਜੈ ਮੁਕਤੇ ਬਾਗ ਸੁਣਾਏ। ਜਦੋਂ ਸਵਾਸ ਰੁਕੇ ਸਿੱਖਾਂ ਨੇ ਜੈ ਜੈਕਾਰ ਦੇ ਉੱਥੇ ਜੈਕਾਰੇ ਲਾਏ, ਫੁੱਲ ਵਰਸਾਏ। ਸਰਬ ਪ੍ਰਕਾਰ ਬੰਦਨਾ ਕਰੈ, ਹੇਰ ਹੇਰ ਅਚਰਜ ਕੋ ਧਰੈ। ਸਾਰੇ ਨੇ ਨਮਸਕਾਰ ਕੀਤੀ। ਜਿਨ੍ਹਾਂ ਨੇ ਆ ਕੇ ਦੇਖਿਆ ਸਾਰੇ ਬੜੇ ਹੈਰਾਨ ਸਨ। ਬਹੁਰੋ ਸਬਨ ਮ੍ਰਿਤਕਾ ਪਾਈ, ਜੋਗੇ ਕਰਿਓ ਅਲੋਪ ਤਿਥਾਈ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸਿੱਖੋ ਕਿ ਭਾਈ ਹੁਣ ਮਿੱਟੀ ਪਾ ਦਿਓ। ਉਹ ਜਿਹੜੀ ਪੁੱਟੀ ਹੋਈ ਥਾਂ ਸੀ ਜਿਹਦੇ ਵਿੱਚ ਜੋਗੀ ਬੈਠਾ, ਸਵਾਸ ਉਹ ਚੜ੍ਹਾ ਗਿਆ, ਸਵਾਸ ਰੁਕ ਗਏ ਸਨ। ਉਸ ਥਾਂ 'ਤੇ ਮਿੱਟੀ ਪਾ ਦਿੱਤੀ ਗਈ। ਬਿਸਮਤ ਹੋਏ ਸਗਲ ਹਟ ਆਏ, ਮਿਲੇ ਪਰਸ ਪਰ ਕਹਿਤ ਸੁਣਾਏ। ਹੈਰਾਨ ਹੁੰਦੇ ਲੋਕ ਵਾਪਸ ਆਏ, ਆਪੋ ਆਪਣੇ ਘਰਾਂ ਨੂੰ ਜਾ ਰਹੇ ਨੇ ਔਰ ਇੱਕ ਦੂਜੇ ਨੂੰ ਸੁਣਾ ਕੇ ਕਹਿੰਦੇ ਨੇ, ਚਿਰੰਕਾਲ ਆਰ ਬਲਾ ਜਾਹੀ, ਮੁਖ ਪਰ ਦਿਪਤ ਜੋਤ ਬਹੁਤਾਹੀ। ਕਿ ਕਮਾਲ ਹੋ ਗਈ ਜਿੰਦੀ ਐਡੀ ਲੰਬੀ ਉਮਰ ਹੋਵੇ, ਕਿਉਂਕਿ ਸਰੀਰ ਤੇ 100 ਕੁ ਸਾਲ ਦਾ ਹੋ ਜੇ ਤੇ ਚਟੂੜੀਆਂ ਪੈ ਜਾਂਦੀਆਂ ਨੇ। ਚਿਹਰੇ ਦਾ ਜਿਹੜਾ ਸਾਰਾ ਕੁਝ ਵਿਗੜ ਜਾਂਦਾ, ਪਰ ਇਹਦਾ ਚਿਹਰਾ ਅੱਜ ਵੀ ਚਮਕਦਾ ਹੈ, ਸੂਰਜ ਦੀ ਤਰ੍ਹਾਂ ਚਮਕ ਰਿਹਾ ਸੀ। ਧੰਨ ਪੁਰਖ ਐਸੇ ਜਗ ਮਾਹੀ, ਮਨ ਵਿਕਾਰ ਜਿਨ ਪਰਸਿਓ ਨਾਹੀ। ਤੇ ਇੱਕ ਦੂਜੇ ਨਾਲ ਗੱਲਾਂ ਕਰਕੇ ਕਹਿੰਦੇ ਨੇ ਧੰਨ ਨੇ ਐਸੇ ਪੁਰਖ ਕਿ ਜੱਗ ਵਿੱਚ ਅੱਜ ਵੀ ਨੇ, ਕਿ ਜਿਨ੍ਹਾਂ ਦੇ ਮਨ ਵਿੱਚ ਇੱਕ ਲੇਸ਼ ਮਾਤਰ ਵੀ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਵੀ ਖਤਮ ਕੀਤਾ ਹੈ, ਸਮੇਂ ਦੀ ਵੀ ਸਮਾਪਤੀ ਹੈ।
आओ 1-2 मिनट होर रसना के नाल हाजिरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु